ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ ਦੋਸਤੋ। ਸੋਚਣ ਦੀ ਹੀ ਕੋਈ ਗੱਲ ਕਰਾਂ YouTube ਤੇ ਅੱਜ ਹਮੇਸ਼ਾ ਬਣੇ ਰਹਿਣ ਲਈ, ਜਿਵੇਂ ਟਿਕਟੋਕ ਤੇ ਜਾਈਦਾ ਵਾ ਹਮੇਸ਼ਾ। ਮੈਂ ਗੱਲ ਅੱਜ ਕਰਨੀ ਸੀ ਜਿਸ ਤੋਂ ਮੈਂ ਕੰਮ ਤੋਂ ਆਈ ਸੀ। ਸਕੈਜੂਅਲ ਕੋਈ ਜ਼ਿਆਦਾ ਲੰਬਾ ਨਹੀਂ, 10 to 6 ਹੀ। ਤੇ ਮੈਂ ਜੋ ਘਰ ਆਈ ਸੀ ਨਾ, ਤੇ ਮੈਂ ਬਹੁਤ ਥੱਕੀ ਹੋਈ ਸੀ ਤੇ ਮੈਂ ਚੇਂਜ ਨਹੀਂ ਕਰਨ ਲਈ ਹਾਂ। ਜਿਵੇਂ ਬੈਠੀ ਹਾਂ ਤੇ ਮੈਂ ਸੁਣ ਮੈਂ ਕਿਉਂ ਪਹਿਲੋਂ ਆਏ ਹੋਏ ਸੀ ਮੇਰੇ ਤੋਂ, ਕਿਉਂਕਿ ਉਹ ਕੰਮ ਉਹਨਾਂ ਦੀ ਡਿਫਰੈਂਟ ਸ਼ਿਫਟ ਆ, ਮੇਰੀ ਵੱਖਰੀ ਸ਼ਿਫਟ ਆ। ਤਾਂ ਮੈਨੂੰ ਧੱਕੇ ਮਾਰਨੇ ਜਾਂ ਚੇਂਜ ਕਰਕੇ ਆਓ, ਜਾਂ ਚੇਂਜ ਕਰਕੇ ਆ, ਫਿਰ ਆਰਾਮ ਨਾਲ ਬੈਠੀ। ਤੇ ਮੇਰਾ ਦਿਲ ਕਰਨਾ ਕਿ ਨਹੀਂ, ਮੈਂ ਕਿਹਾ ਚੇਂਜ ਕਰਨ ਤੋਂ ਬਿਨਾਂ ਹੀ ਗੱਪਾਂ ਛੱਪਾਂ ਮਾਰਾਂ, ਤੁਹਾਨੂੰ ਸੁਣਾਵਾਂ ਸਾਰੇ ਦਿਨ ਦੀਆਂ। ਪਰ ਉਹ ਕਿਤੇ ਚੇਂਜ ਕਰਿਆ ਪਹਿਲਾਂ, ਤੇ ਫਿਰ ਆਈ ਗਈ, ਚਾਹ ਮੇਰੇ ਲਈ ਬਣਾਈ ਗਈ। ਫਿਰ ਮੈਂ ਦਿਲ ਵਿੱਚ ਸੋਚਣ ਡਈ ਹਾਂ ਕਿ ਅਸੀਂ ਆਪਣੇ ਦੇਸ਼, ਆਪਣੀ ਧਰਤੀ ਨੂੰ ਛੱਡ ਕੇ ਕੀ ਪਾਇਆ। ਕਿ ਅਸੀਂ ਇੱਥੇ ਬੜੇ ਵੱਡੇ ਬਿਜ਼ਨਸ ਵਾਲੇ ਬਣ ਗਏ ਹਾਂ, ਜਾਂ ਅਸੀਂ ਇੰਡੀਆ ਜੋ ਰਹਿ ਗਿਆ ਵਾ ਉਹਨਾਂ ਨਾਲੋਂ ਜ਼ਿਆਦਾ ਰੋਟੀਆਂ ਖਾਂਦੇ ਹਾਂ, ਜਾਂ ਬੜੇ ਇੱਥੇ ਇੱਜ਼ਤਾਂ ਦੇ ਹਾਰ ਪੈ ਗਏ ਗਲਾਂ ਵਿੱਚ। ਕਿਹੜੀ ਚੀਜ਼ ਇੱਥੇ ਸਪੈਸ਼ਲ ਹੋਈ ਆ ਕਿ ਵਿਛੋੜੇ ਚੱਲੇ, ਆਪਣੀ ਧਰਤੀ ਛੱਡੀ। ਤੁਹਾਨੂੰ ਪਤਾ ਜਿੱਥੇ ਆਪਾਂ ਜਨਮੇ ਹੁੰਦੇ ਆ ਨਾ, ਉਹਦੀ ਖੁਸ਼ਬੂ ਹੀ ਇੰਨੀ ਸ਼ਾਨਦਾਰ ਹੁੰਦੀ ਆ, ਖੁਸ਼ਬੂ ਇੰਨੀ ਸੋਹਣੀ ਹੁੰਦੀ ਹੈ ਨਾ ਉਸ ਧਰਤੀ ਦੀ। ਪਰ ਇੱਥੇ ਆਉਣ ਤੋਂ ਬਾਅਦ ਉਸ ਚੀਜ਼ ਦਾ ਅਹਿਸਾਸ ਹੁੰਦਾ ਕਿ ਇਹ ਕੀ ਛੱਡ ਕੇ ਆਏ ਆ। ਦੱਸਣ ਲੱਗੀ ਹਾਂ, ਕੰਮ ਤੋਂ ਆਈ, ਇੰਨਾ ਜ਼ਿਆਦਾ ਥੱਕੀ ਹੋਈ ਹਾਂ ਕਿ ਉੱਥੇ ਮੈਂ ਸੋਚਦੀ ਰਹੀ ਕੰਮ ਤੇ ਘਰ ਜਾਊਂਗੀ, ਬਤਾਉਂਗੀ, ਸਬਜ਼ੀ ਬਣਾਉਂਗੀ, ਰੋਟੀ ਪਕਾਉਂਗੀ, ਖਾਊਂਗੀ। ਤੇ ਮੈਂ ਆਪਣੇ ਹਸਬੈਂਡ ਨੂੰ ਦੱਸਿਆ ਕਿ ਮੈਂ ਇੱਦਾਂ, ਤਾਂ ਮੈਂ ਕਿਹਾ ਭੁੱਖ ਵੀ ਬਹੁਤ ਲੱਗੀ ਆ। ਤੇ ਮੇਰੇ ਘਰ ਇੱਦਾਂ ਵਾ ਕਿ ਮੈਨੂੰ ਕੋਈ ਪੁੱਛ ਨਹੀਂ ਕਰਦਾ ਕਿ ਹਾਂ ਤੂੰ ਬਣਾ। ਉਹਨਾਂ ਕਿਹਾ ਕਿ ਹਾਂ ਜੇ ਤੈਨੂੰ ਭੁੱਖ ਲੱਗੀ, ਜੋ ਬਣਿਆ ਹੋਇਆ ਉਹ ਤੂੰ ਖਾ ਲਾ। ਤੇ ਉਹ ਤੇ ਦੇਰ ਦੀ ਗੱਲ ਆ, ਮੈਂ ਉਹ ਬਣਾਈ ਵੀ ਨਹੀਂ, ਥਕਾਵਟ ਵੀ ਨਹੀਂ ਦੂਰ ਹੋ ਰਹੀ ਸੀ। ਪਰ ਮੈਂ ਸੋਚਣ ਨਹੀਂ ਹਾਂ, ਥੱਕਦੇ ਇੱਥੇ ਕੰਮ ਕਰਕੇ ਆ ਕੇ। ਉੱਥੇ ਵੀ ਸਾਡੀਆਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਸੀ, ਇੱਥੇ ਹੀ ਕੰਮ ਕਰਦੇ ਹਾਂ। ਚਲੋ ਕੁਛ ਬਿਜ਼ਨਸ ਵਾਲੇ ਵੀ ਬਣ ਗਏ ਵੱਡੇ, ਪਰ ਹਰ ਕੋਈ ਦੌੜ 'ਚ ਹੀ ਲੱਗਾ ਹੋਇਆ ਨਾ, ਮਿਹਨਤ ਤੇ ਉਹ ਵੀ ਕਰਦੇ ਆ। ਚਾਹੇ ਉਹ ਕੋਈ ਜੋਬ ਵਾਲਾ ਵਾ, ਚਾਹੇ ਕੋਈ ਬਿਜ਼ਨਸ ਵਾਲਾ ਵਾ, 24 ਘੰਟੇ ਉਹ ਘੁੰਮਦਾ ਰਹਿੰਦਾ ਦਾਇਰਾ। ਪਰ ਕੀ ਜ਼ਿਆਦਾ ਖਾਂਦੇ ਆਪਾਂ? ਜ਼ਿਆਦਾ ਕੀ ਚੀਜ਼ ਪਾਈ ਇੱਥੇ ਆ ਕੇ? ਕੁਛ ਨਹੀਂ ਪਾਇਆ, ਜ਼ਿਆਦਾ ਗਵਾਇਆ ਹੀ ਅਸੀਂ। ਪਰ ਜੇ ਸਾਡੇ ਦੇਸ਼ ਦੇ ਕਾਨੂੰਨ ਕਹਿ ਦੇ ਸਭ ਚੰਗੇ ਹੋਣ, ਤੇ ਹੀ ਆਪਣੇ ਸੋਹਣੇ ਘਰ, ਸੋਹਣੀਆਂ ਜ਼ਮੀਨਾਂ ਜਾਇਦਾਦਾਂ ਛੱਡ ਕੇ ਇੱਥੇ ਕਿਉਂ ਖੱਜਲ ਖੁਆਰ ਹੋਈਏ? ਤੇ ਇੱਥੇ ਆ ਕੇ ਵੀ ਵੇਖੋ ਹਾਂ ਕਿ ਸਾਨੂੰ ਯੂਜ਼ ਕਰਦੇ ਆ ਲੋਕ, ਜਾਂ ਕੋਈ ਹੋਰ ਆਉਂਦਾ ਵਾ, ਮਤਲਬ ਕਿ ਬਾਹਰ ਆਉਂਦਾ, ਚਾਹ ਆਉਂਦਾ ਵਾ। ਤੁਸੀਂ ਸਾਰੀ ਜ਼ਿੰਦਗੀ ਤੁਹਾਡੀਆਂ ਅੱਖਾਂ 'ਚ ਇੱਕ ਤਾਂਘ ਬਣੀ ਰਹਿੰਦੀ, ਇੱਕ ਪਿਆਰ ਦੀ, ਇੱਕ ਇੱਜ਼ਤ ਦੀ। ਪਰ ਉਹ ਸਭ ਕੁਛ ਨਹੀਂ ਮਿਲਦਾ। ਤੁਸੀਂ ਕੰਮਾਂ 'ਤੇ ਜਾਂਦੇ ਜੇ, ਤੁਸੀਂ ਜਿੰਨੇ ਕੁ ਘਰ ਵਿੱਚ ਮੈਂਬਰ ਹੁੰਦੇ ਉਹਨਾਂ ਨਾਲ ਥੋੜ੍ਹਾ ਬਹੁਤਾ ਹੱਸ ਖੇਡ ਲੈਂਦੇ ਜੇ, ਗੱਲ ਕਰ ਲੈਂਦੇ ਜੇ, ਫਿਰ ਜ਼ਿੰਦਗੀ ਚੱਲ ਸੁਚਲ। ਚਲੋ ਸਾਲ ਹੋ ਗਿਆ, ਵੈਕੇਸ਼ਨ 'ਤੇ ਚਲੇ ਗਏ, ਪਰ ਇਹ ਚੀਜ਼ਾਂ ਸਾਨੂੰ ਕਿਉਂ ਛੱਡਣੀਆਂ ਪਈਆਂ? ਕਿਉਂ ਸਾਨੂੰ ਬੇਗਾਨੇ ਮੁਲਕਾਂ 'ਚ ਜਾਣਾ ਪਿਆ? ਕਿੰਨਾ ਚੰਗਾ ਹੁੰਦਾ ਜੇ ਅਸੀਂ ਸਾਰੇ, ਸਾਡੇ ਭੈਣ ਭਰਾ, ਅਸੀਂ ਉੱਥੇ ਆਪਣੇ ਘਰਾਂ 'ਚ ਰਹਿੰਦੇ, ਆਪਣੀਆਂ ਜਾਇਦਾਦਾਂ 'ਤੇ ਐਸ਼ ਕਰਦੇ, ਜੋ ਵੀ ਹੈਗਾ ਸੀ ਉਹ 'ਚ ਸਬਰ ਕਰਕੇ ਰਹਿੰਦੇ। ਮੈਨੂੰ ਯਾਦ ਆਉਂਦਾ ਕਿ ਮੈਂ ਜੋ ਛੋਟੀ, ਇੰਨੀ ਛੋਟੀ ਵੀ ਨਹੀਂ, ਮਤਲਬ ਕਿ ਇੰਨੀ ਛੋਟੀ ਨਹੀਂ ਮੈਂ ਹੈਗੀ, ਮਤਲਬ ਕਿ 7ਵੀਂ 8ਵੀਂ 'ਚ ਹੋਊਂਗੀ। ਤੇ ਮੇਰੇ ਬਹੁਤ ਜਾਣਨ ਵਾਲੇ ਸਾਡੇ ਰਿਸ਼ਤੇਦਾਰ ਗਏ ਹੋਏ ਸੀ, ਅਮਰੀਕਾ ਵਿੱਚ ਆਏ ਹੋਏ ਸੀ। ਤੇ ਸਾਡੇ ਗੁਆਂਢ 'ਚ ਰਿਸ਼ਤੇਦਾਰਾਂ ਦੀ ਕੁੜੀਆਂ ਸੀ, ਅਮਰੀਕਾ ਤੋਂ ਆ ਗਈਆਂ ਸੀ। ਤਾਂ ਮੇਰੀ ਸਹੇਲੀ ਵੀ, ਇਕੱਠੇ ਵੀ ਪੜ੍ਹਦੇ ਰਹੇ ਹਾਂ ਇੱਕ ਜ਼ਮਾਨੇ 'ਚ, ਜਦੋਂ ਉਹ ਇੰਡੀਆ 'ਚ ਹੁੰਦੇ ਸੀ। ਤੇ ਰਿਸ਼ਤੇਦਾਰ ਹੋਣ ਕਰਕੇ ਤੇ ਸਾਡੇ ਘਰ ਦੇ ਮੇਰੀ ਦਾਦੀ ਦਾਦਾ ਸਾਰੇ ਜਾਂਦੇ ਸੀ।
ਹੈ ਨਾ, ਮੰਮੀ ਵੀ ਜਾਂਦੇ ਸੀ ਅਤੇ ਮੈਂ ਨਹੀਂ ਗਈ। ਮੈਂ ਉਹਦੇ ਨਾਲ ਉੱਪਰ ਬੈਠੀ ਅਤੇ ਉਹ ਮੈਨੂੰ ਕਹਿੰਦੀ ਅਮਰੀਕਾ, ਉਹਦੇ ਕੋਲ ਪਰਫਿਊਮ ਉਹਨੇ ਲਗਾਇਆ ਹੋਇਆ ਸੀ। ਉਸ ਟਾਈਮ ਮੈਨੂੰ ਇਹ ਨਹੀਂ ਪਤਾ ਕਿ ਉਹ ਪਰਫਿਊਮ ਕਿਹੜੀ ਕੁਆਲਿਟੀ, ਮੈਨੂੰ ਬਹੁਤ ਸੋਹਣੀ ਸਮੈਲ ਆ ਰਹੀ ਸੀ, ਖੂਬ ਸੱਜੀ ਹੋਈ ਸੀ। ਤੁਹਾਨੂੰ ਪਤਾ ਹੀ ਹੈ ਜਦੋਂ ਲੋਕ ਇੱਥੋਂ ਜਾਂਦੇ ਆ, ਮੈਂ ਵੀ ਤਾਂ ਜਾਂਦੀ ਹਾਂ ਹੁਣ, ਅਤੇ ਜੋ ਮੈਂ ਇੱਥੇ ਪਾ ਕੇ ਨੀਲੇ ਕੱਪੜੇ ਫਾਰਮੇਸੀ ਵਾਲੇ, ਹੈਲਥ ਕੇਅਰ ਵਾਲੇ, ਮੈਂ ਜਾਂਦੀ ਹਾਂ ਅਤੇ ਮੇਰਾ ਪਜਾਮੇ ਦਾ ਨਾਲਾ ਵੀ ਥੱਲੇ ਲਟਕਣ ਡਿਆ ਹੁੰਦਾ ਸਭ ਦੇ। ਇਹ ਨਹੀਂ ਕਿ ਮੈਂ ਇੰਡੀਅਨ, ਮੇਰਾ ਲਟਕਣ ਡਿਆ ਹੁੰਦਾ, ਦੂਸਰਿਆਂ ਦੇ, ਗੋਰਿਆਂ ਦੇ ਵੀ, ਕੁੜੀਆਂ ਦੇ ਲਟਕਣ ਡਿਆ ਹੁੰਦੇ, ਮੁੰਡਿਆਂ ਦੇ ਵੀ, ਸਭ ਦੇ ਇੱਦਾਂ ਹੀ। ਕੋਈ ਮਤਲਬ ਹੋਸ਼ ਨਹੀਂ ਸਾਰਿਆਂ ਨੂੰ ਕਿ ਕੰਮ ਤੋਂ ਲਟਕਦੇ, ਅਤੇ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਉਹ। ਅਤੇ ਮੈਂ ਸੋਚਦੀ ਹਾਂ ਕਿ ਜਦੋਂ ਇੰਡੀਆ ਜਾਈਦਾ ਉਦੋਂ ਅਸੀਂ ਵੀ ਸੋਹਣੇ ਕੱਪੜੇ ਪਾ ਕੇ, ਸੱਜ ਵੱਜ ਕੇ ਜਾਈਦੇ, ਪਰਫਿਊਮ ਲਾ ਕੇ, ਸੋਨਾ ਪਾ ਕੇ। ਅੱਜ ਹੈ ਨਾ, ਮਤਲਬ ਜਦੋਂ ਉੱਥੇ ਜਾਈਦਾ ਅਤੇ ਦੂਸਰੇ ਦੀਆਂ ਅੱਖਾਂ ਵੇਖਦੀਆਂ, ਵਾਓ ਬੜੀ ਚੰਗੀ ਲਾਈਫ ਆ, ਪਰ ਹਕੀਕਤ ਨਹੀਂ ਹੁੰਦੀ। ਅਤੇ ਮੈਂ ਤੁਹਾਨੂੰ ਉਹ ਸਟੋਰੀ ਸੁਣਾਉਣੀ, ਉੱਥੇ ਲੈ ਕੇ ਜਾਂਦੀ ਹਾਂ ਅਤੇ ਉਹਨਾਂ ਕੋਲ ਮੈਂ ਬੈਠੀ, ਕਿਉਂਕਿ ਉਹ ਮੇਰੀ ਫਰੈਂਡ ਵੀ ਰਹੀ ਅਤੇ ਮੈਨੂੰ ਸੁਣਾਉਣ ਡਈ। ਉਹਨੇ ਬਹੁਤ ਸਾਰੀਆਂ, ਇੱਥੋਂ ਬਾਅਦ 'ਚ ਇੱਥੇ ਆ ਗਏ ਹਾਂ ਅਤੇ ਇੱਥੇ ਕੋਈ ਐਡਾ ਬੋਲ ਚਾਲ ਨਹੀਂ ਹੋਇਆ, 1-2 ਵਾਰੀ ਬੋਲੀ ਹਾਂ ਅਤੇ ਉਹ ਵੀ ਮੇਰੇ ਨਾਲ ਇੰਨਾ ਕੀ ਬੋਲੀ ਆ। ਪਰ ਉੱਥੇ ਉਹ ਆਈ ਅਤੇ ਮੇਰਾ ਚੁੰਬਕ ਵਾਂਗੂ ਚੰਬਣਾ, ਅਤੇ ਸ਼ਾਮ ਦਾ ਟਾਈਮ, ਅਤੇ ਉਹ ਮੈਨੂੰ ਸੁਣਾਉਣ ਡਈ, ਕਹਿੰਦੀ ਉੱਥੇ ਬਹੁਤ ਮਜ਼ੇਦਾਰ ਲਾਈਫ ਹੈਗੀ ਆ। ਮੈਂ ਕਿਹਾ ਸੱਚੀ? ਅਤੇ ਮੈਂ ਕਿਹਾ ਵਾਓ। ਅਤੇ ਮੈਂ ਅਤੇ ਪਰਫਿਊਮ ਦੀ ਸਮੈਲ ਅਤੇ ਉਹਦਾ ਲਿਸ਼ਕਣਾ ਪੁਸ਼ਕਣਾ, ਅਤੇ ਕਹਿੰਦੀ ਉੱਥੇ ਨਾ ਇੱਕ ਬਟਨ ਨੱਪੀਦਾ ਅਤੇ ਅੰਗੂਰ ਆਉਂਦੇ ਆ ਅਤੇ ਮੂੰਹ 'ਚ ਪੈ ਜਾਂਦੇ ਆ, ਅਤੇ ਕੋਈ ਚੀਜ਼ ਕੁਛ ਨਹੀਂ ਕਰਨਾ ਪੈਂਦਾ। ਮੈਂ ਕਿਹਾ ਸੱਚੀ ਇੱਦਾਂ ਹੁੰਦਾ? ਕਹਿੰਦੀ ਹਾਂ, ਹਰ ਚੀਜ਼ ਦਾ ਬਟਨ ਹੀ ਬਸ ਨੱਪਣਾ ਵਾ ਅਤੇ ਇੱਦਾਂ ਹੁੰਦਾ। ਅਤੇ ਮੈਂ ਕਿਹਾ ਵਾਓ, ਬੜਾ ਹੀ 3 ਘੰਟੇ ਸ਼ਾਮ ਨੂੰ ਬੈਠੀਆਂ, ਰਾਤ ਪੈ ਗਈ, ਤੂੰ ਮੈਨੂੰ ਅਮਰੀਕਾ ਦੇ ਕਿੱਸੇ ਸੁਣਾਉਂਦੀ ਰਹੀ। ਅਤੇ ਮੈਂ ਆਖਿਆ ਵਾਓ, ਅਮਰੀਕਾ ਤੇ ਵੇਖਣ ਵਾਲੀ ਚੀਜ਼ ਹੋਣੀ ਆ ਕਿ ਬਟਨ ਨੱਪੋ, ਕੱਪੜੇ ਧੁੱਪ ਜਾਂਦੇ, ਬਟਨ ਨੱਪੋ ਅਤੇ ਤੁਸੀਂ ਸੋਫੇ 'ਤੇ ਬੈਠੇ ਜੇ ਸ਼ਾਨਦਾਰ, ਅਤੇ ਉਹ ਇੱਦਾਂ ਆਉਂਦੀ ਆ ਅਤੇ ਉਹ ਮੂੰਹ 'ਚ ਅੰਗੂਰ ਪੈਂਦੇ ਆ, ਬਟਨ ਨੱਪੋ, ਕੁਛ ਨਹੀਂ ਕਰਨਾ ਪੈਂਦਾ, ਇੱਦਾਂ ਬਸ ਇੱਦਾਂ। ਅਤੇ ਮੈਂ ਇੱਕ ਡਰੀਮ ਬਣਾ ਲਿਆ ਆਪਣੀ ਅੱਖਾਂ 'ਚ, ਅਤੇ ਮੈਂ ਘਰ ਆਈ ਆਪਣੇ, ਅਤੇ ਮੈਂ ਸਭ ਤੋਂ ਜਾ ਕੇ ਪਹਿਲਾਂ ਆਪਣੀ ਦਾਦੀ ਕੋਲ ਬੈਠੀ। ਮੈਂ ਕਿਹਾ, ਆਪਣੀ ਦਾਦੀ ਨੂੰ ਮੈਂ ਬੀਜੀ ਕਹਿ ਕੇ ਬੁਲਾਉਂਦੀ ਹਾਂ। ਮੈਂ ਕਿਹਾ ਬੀਜੀ, ਤੁਸੀਂ ਸਾਰੀਆਂ ਆਪਣੀਆਂ ਭਣੇਵੀਆਂ, ਭਣੇਜੀਆਂ ਨੇ, ਭਤੀਜੀ, ਜੋ ਵੀ ਤੁਹਾਡੀਆਂ ਰਿਸ਼ਤੇਦਾਰ ਹੈਗੀਆਂ ਨੇ ਇੱਧਰ ਉੱਧਰ ਦੀਆਂ, ਮਤਲਬ ਕਿ ਉਹਨਾਂ ਨੂੰ ਤੁਸੀਂ ਅਮਰੀਕਾ ਭੇਜਦੇ ਜੇ, ਅਤੇ ਤੁਸੀਂ ਉਹਨਾਂ ਨੂੰ ਉੱਥੇ ਉਹਨਾਂ ਦੇ ਰਿਸ਼ਤੇ ਕਰਾਉਂਦੇ ਜੇ, ਆਹ ਕਰਾ ਦਿੰਦੇ ਜੇ, ਅਤੇ ਉਹ ਸਾਰੇ ਅਮਰੀਕਾ ਗਏ ਲੋਕਾਂ ਦੇ ਰਿਸ਼ਤੇ ਕਰਾਉਂਦੇ, ਅਤੇ ਤੁਹਾਨੂੰ ਮੈਂ ਨਹੀਂ ਨਜ਼ਰ ਆਉਂਦੀ। ਮੈਂ ਵੀ ਅਮਰੀਕਾ ਜਾਣਾ ਹੈਗਾ ਵਾ, ਉੱਥੇ ਕਿੰਨਾ ਬਟਨ ਨੱਪੀਦਾ ਵਾ ਅਤੇ ਅੰਗੂਰ ਮੂੰਹ 'ਚ ਪੈ ਜਾਂਦੇ, ਕੁਛ ਨਹੀਂ ਕਰਨਾ ਪੈਂਦਾ, ਇੰਨੀ ਸੋਹਣੀ ਲਾਈਫ ਆ। ਅਤੇ ਮੈਂ ਅਜੇ 7ਵੀਂ 8ਵੀਂ 'ਚ ਪੜ੍ਹਦੀ, ਅਤੇ ਮੈਂ ਆਖਿਆ ਨਹੀਂ, ਮੈਂ ਵੀ ਜਾਣਾ ਚਾਹੁੰਦੀ ਅਮਰੀਕਾ। ਜਿਵੇਂ ਉਹ ਮੈਨੂੰ, ਮੇਰੀ ਦੋਸਤ ਮੈਨੂੰ ਦੋਸਤੀ ਹੀ ਅਤੇ ਰਿਸ਼ਤੇਦਾਰ ਵੀ ਸੀ, ਅਤੇ ਜਿਵੇਂ ਉਹ ਮੈਨੂੰ ਸੁਪਨੇ ਦਿਖਾਉਂਦੀ ਗਈ, ਜਿਵੇਂ ਮੈਨੂੰ ਸੁਣਾਉਂਦੀ ਗਈ ਸਟੋਰੀ, ਤਿਉਂ ਮੇਰੀ ਕਲਪਨਾ ਵੱਧਦੀ ਜਾਏ। ਅਤੇ ਮੈਂ ਤੋਂ ਬਾਅਦ ਆਪਣੇ ਘਰ ਨਹੀਂ ਗਈ, ਲੱਗ ਰਹਿੰਦੇ ਮੈਂ ਦਾਦੀ ਲੱਗ, ਉੱਥੇ ਰਹਿੰਦੇ। ਮੈਂ ਸਿੱਧੀ ਉਹਨਾਂ ਕੋਲ ਭੱਜੀ। ਮੈਂ ਕਿਹਾ ਬੀਜੀ, ਤੁਸੀਂ ਆਪਣੇ ਇੰਨੇ ਰਿਸ਼ਤੇਦਾਰ ਬਾਹਰ ਭੇਜੇ ਆ, ਅਤੇ ਤੁਸੀਂ ਮੇਰੇ ਬਾਰੇ ਕਿਉਂ ਨਹੀਂ ਸੋਚਣਾ? ਅਤੇ ਮੈਂ ਆਖਿਆ ਮੈਂ ਵੀ ਅਮਰੀਕਾ ਹੀ ਜਾਣਾ ਚਾਹੁੰਦੀ ਹਾਂ, ਮੈਂ ਤਾਂ ਨਹੀਂ ਰਹਿ ਸਕਦੀ ਹੁਣ ਇੱਥੇ, ਇੰਨੀਆਂ ਸੋਹਣੀਆਂ ਚੀਜ਼ਾਂ ਔਰ ਸਹੂਲਤਾਂ ਨੇ ਉੱਥੇ। ਤਾਂ ਕਹਿੰਦੇ ਨਹੀਂ ਮਰ ਜੇ, ਤੈਨੂੰ ਮੈਂ ਕਿਹੜੇ ਬੁੱਢੇ ਨਾਲ ਤੋੜ ਦੇਵਾਂ? ਅਤੇ ਮੈਂ ਕਿਹਾ ਕੋਈ ਗੱਲ ਨਹੀਂ, ਕਿਸੇ ਵੀ ਬੁੱਢੇ ਨਾਲ ਤੋੜ ਦਿਓ, ਪਰ ਅਮਰੀਕਾ ਚੱਲੂਗਾ। ਦੱਸਣਾ ਇਹ ਹੀ ਵੀ ਅਮਰੀਕਾ ਕਿਉਂ ਵਧੀਆ ਵਾ, ਕਿਉਂਕਿ ਅਸੀਂ ਸਾਰੇ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਹਾਂ, ਬਹੁਤ ਇਮਾਨਦਾਰੀ ਨਾਲ ਆਪਣੀ ਇੰਪਲੋਇਰ ਨਾਲ, ਆਪਣੇ ਇੰਪਲਾਈ ਨਾਲ, ਆਪਣੇ ਬਿਜ਼ਨਸ ਦੇ ਨਾਲ ਬੜੀ ਇਮਾਨਦਾਰੀ ਨਾਲ ਰਿਸ਼ਤਾ ਨਿਭਾਉਂਦੇ ਹਾਂ। ਇਸ ਕਰਕੇ ਵਧੀਆ। ਸੜਕ 'ਤੇ ਜਾਂਦੇ ਹੋਏ ਅਸੀਂ ਕੇਲਿਆਂ ਦੇ ਛਿਲਕੇ ਨਹੀਂ ਸੁੱਟਦੇ, ਕੂੜਾ ਵਾ ਉਹ ਨਹੀਂ ਸੁੱਟਦੇ ਜ਼ਿਆਦਾਤਰ, ਜੋ ਅਸੀਂ ਇੰਡੀਆ 'ਚ ਅਸੀਂ ਸੋਚਦੇ ਗੌਰਮੈਂਟ ਨਹੀਂ ਕਰਨਾ, ਪਰ ਅਸੀਂ ਨੱਕ ਸੁਣਕਦੇ ਹਾਂ। ਲੈਟਰਿਨ ਟੱਟੀਆਂ ਕਰਨ ਡਿਆ ਹੁੰਦੇ ਜਦੋਂ ਤੁਸੀਂ ਟ੍ਰੇਨ 'ਤੇ ਜਾਣ ਡਿਆ ਹੁੰਦੇ ਲੋਕ, ਉੱਥੇ ਇਹ ਚੀਜ਼ਾਂ ਕਿਹਨੇ ਕਰਨੀਆਂ ਹੁੰਦੀਆਂ? ਗੌਰਮੈਂਟ ਨੇ ਥੋੜ੍ਹਾ ਕਰਨੀਆਂ, ਆਪ ਹੀ ਤਾਂ ਕਰਨੀਆਂ। ਅਤੇ ਇੱਥੇ ਸਾਡੀ ਟਿਕਟ ਲੱਗਣੀ ਹੈ ਨਾ, ਜੇ ਕੋਈ ਚੀਜ਼ ਅਸੀਂ ਘਰ ਤੋਂ ਬਾਹਰ ਸੁੱਟ ਦਿੱਤੀ, ਇਹ ਕਰਕੇ। ਪਰ ਇੱਥੇ ਅਸੀਂ ਕੀ ਪਾਇਆ ਆ ਕੇ? ਉਹ ਅੰਗੂਰ ਵਾਕਿਆ ਹੀ ਪੈਂਦੇ ਸਾਡੇ ਮੂੰਹ 'ਚ,
कि ਇੱਥੇ ਹਰ ਘਰ ਦੇ ਵਿੱਚ ਲੱਗੀ ਹੋਈ ਚੀਜ਼ ਮਤਲਬ ਕਿ ਬਟਨ ਨੱਪੋ ਤੇ ਆ ਹੋ ਜਾਊਗਾ ਤੇ ਆ ਹੋ ਜਾਊ। ਟਾਇਲਟ ਵੀ ਆਪ ਸਾਫ਼ ਕਰਨੀ ਪੈਂਦੀ ਜਾ ਉੱਥੇ ਤੇ ਨੌਕਰਾਣੀ ਤੁਹਾਡੇ ਆ ਜਾਂਦੀ ਹੈ ਕੰਮ ਵਾਲੀ। ਇੰਡੀਆ 'ਚ ਭਾਂਡਿਆਂ ਦਾ ਸਿੰਕ ਭਰਿਆ ਪਿਆ ਮੇਰਾ, ਮੈਂ ਕੰਮ ਤੋਂ ਆਈ ਉਹ ਸਾਫ਼ ਕਰਨਾ ਪੈਣਾ, ਮੈਂ ਨਾ ਕਰੂੰ ਮੈਂ ਹਸਬੈਂਡ ਕਰਨਗੇ। ਪਰ ਇੱਥੇ ਕੰਮ ਵਾਲੀ ਇੰਨੀ ਜਿਹੀ ਮਿਲਦੀ ਹੈ, ਇੱਥੇ ਕੰਮ ਵਾਲੀ ਮਿਲਦੀ ਹੈ ਕਈ ਸਟੇਟ ਦੇ ਵਿੱਚ ਥੋੜ੍ਹਾ ਠੀਕ ਰੀਜ਼ਨੇਬਲ ਪ੍ਰਾਈਸ 'ਚ, ਜਿਵੇਂ ਹੂਸਟਨ ਆ ਉੱਥੇ ਮੈਂ ਨਹੀਂ ਕਦੀ ਕੰਮ ਕੀਤਾ, ਉੱਥੇ ਮਹੀਨੇ 'ਚ ਡੀਪ ਕਲੀਨਿੰਗ ਲਈ ਸੱਦ ਲੈਂਦਾ, ਮਤਲਬ ਕਿ ਉਹ ਸਸਤੀ ਸਟੇਟ ਹੈਗੀ। ਪਰ ਹਰ ਜਗ੍ਹਾ 'ਤੇ ਜਿਵੇਂ ਉੱਥੇ ਰੋਜ਼ ਤੁਹਾਡੇ ਕੰਮ ਵਾਲੀ ਹੁੰਦੀ, ਉੱਥੇ ਇੱਥੇ ਆਉਂਦੀਆਂ ਨੇ ਨਹੀਂ ਆਉਂਦੀਆਂ। ਅਤੇ ਅਸੀਂ ਇੱਥੇ ਵੀ ਤਾਂ ਆਪ ਹੀ ਸਾਫ਼ ਰੱਖਿਆ, ਅਸੀਂ ਇੱਥੇ ਆਪ ਹੀ ਮਿਹਨਤ ਕਰਕੇ ਤੋਂ ਪੈਸਾ ਘਰ ਨੂੰ ਲੈ ਕੇ ਆਉਂਦੇ ਹਾਂ, ਅਤੇ ਅਸੀਂ ਉੱਥੇ ਨਹੀਂ ਮਿਹਨਤ ਕਰ ਸਕਦੇ। ਪਰ ਅਸੀਂ ਕੀ ਖੱਟਿਆ, ਅਸੀਂ ਵਿਛੜ ਚੁੱਕੇ ਹਾਂ ਆਪਣੀ ਧਰਤੀ ਤੋਂ, ਆਪਣੇ ਗੁਰਧਾਮਾਂ ਤੋਂ। ਕਿੱਥੇ ਕਦੀ ਮਹੀਨੇ 'ਚ ਤੁਸੀਂ ਬਿਲਕੁਲ ਡਾਊਨ ਜਾਣ ਲੱਗਦੇ ਜੇ, ਅਤੇ ਮਹੀਨੇ ਬਾਅਦ ਤੁਹਾਨੂੰ ਖਿਆਲ ਆਉਂਦਾ ਕਿ ਚਲੋ ਹਰਿਮੰਦਰ ਸਾਹਿਬ ਚੱਲੀਏ। ਥੋੜ੍ਹਾ ਜਿਹਾ ਉਦਾਸ ਆ, ਕੋਈ ਫੀਲਿੰਗ ਇਹੋ ਜਿਹੀਆਂ ਆਉਂਦੀਆਂ ਨੇ, ਚਲੋ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਉਂਦੇ ਹਾਂ। ਅਤੇ ਜੇ ਤੁਸੀਂ ਮੱਥਾ ਟੇਕਣ ਜਾਂਦੇ ਜੇ ਉੱਥੇ, ਅਤੇ ਇੰਨੇ ਪਿਆਰੇ ਪਿਆਰੇ ਆਵਾਜ਼ਾਂ ਦੇ ਵਿੱਚ ਪਿਆਰੇ ਪਿਆਰੇ ਸ਼ਬਦ ਸੁਣਦੇ ਜੇ, ਅਤੇ ਜੋ ਦਰਬਾਰ ਸਾਹਿਬ ਦੀ ਸ਼ੋਅ ਤੁਹਾਨੂੰ ਮਿਲਦੀ ਆ, ਅਤੇ ਤੁਹਾਨੂੰ ਤਾਜੋ ਤਾਰ ਕਰ ਦਿੰਦੀ ਹੈ, ਅਤੇ ਤੁਸੀਂ ਉੱਥੋਂ ਫਿਰ ਇੱਕ ਐਨਰਜੀ ਲੈ ਕੇ ਫਿਰ ਜਾਂਦੇ ਜੇ ਘਰ। ਇੱਥੇ ਮਟੀਰੀਅਲਿਸਟ ਦੇਸ਼ ਵਿੱਚ ਉਹ ਚੀਜ਼ਾਂ ਹੈਗੀਆਂ ਨੇ ਜਿਹੜੀ ਮੇਰੀ ਸਹੇਲੀ ਨੇ ਮੈਨੂੰ ਸੁਪਨੇ 'ਚ ਦਿਖਾਈਆਂ ਸੀ, ਉੱਥੇ ਝੂਠ ਸੀ ਉਹ ਸਾਰਾ ਕੁਛ ਵੀ ਨਹੀਂ ਹੈਗਾ ਇਹੋ ਜਿਹਾ, ਕੁਛ ਨਹੀਂ ਹੈਗਾ। ਸਾਡੀ ਆਪਣਾ ਹੀ ਹਾਰਡ ਵਰਕ ਹੈ ਜਿਹੜਾ ਅਸੀਂ ਇੱਕ ਲੱਤ 'ਤੇ ਖਲੋ ਕੇ ਹਰ ਇੱਕ ਦੀ ਜੋਬ ਲੱਗ ਹੈ, ਅਤੇ ਅਸੀਂ ਮਤਲਬ ਇਹ ਨਹੀਂ ਬਹੁਤ ਡਾਕਟਰ ਫਾਰਮਾਸਿਸਟ ਉਹ ਜਿਹੜੇ ਪੜ੍ਹੇ ਲਿਖੇ ਉਹ ਵੀ ਇੱਕ ਲੱਤ 'ਤੇ ਖੜ੍ਹੇ ਰਹਿੰਦੇ, ਉਹ ਤਾਂ ਲੰਚ ਵੀ ਨਹੀਂ ਲੈਂਦੇ, ਸਗੋਂ ਜਿਹੜਾ ਥੱਲੇ ਅੰਪਲਾਈ ਆ ਅਸਿਸਟੈਂਟ ਨੇ ਉਹ ਤਾਂ ਲੰਚ ਬ੍ਰੇਕ ਲੈਂਦੇ ਆ, ਉਹ ਤਾਂ ਉਹ ਵੀ ਨਹੀਂ ਲੈਂਦੇ। ਹਰ ਕੋਈ ਕੰਮ ਕਰ ਰਿਹਾ ਇਸ ਦੇਸ਼ ਦੇ ਵਿੱਚ, ਹਰ ਕੋਈ ਬਹੁਤ ਮਿਹਨਤ ਕਰਨੀ ਪੈਂਦੀ ਹੈ, ਅਤੇ ਫਿਰ ਜਾ ਕੇ ਇਹ ਦੇਸ਼ ਬਣਿਆ। ਔਰ ਇਹ ਕਿੱਥੋਂ ਬਣਿਆ? ਸਾਡੇ ਵਰਗੇ ਲੋਕਾਂ ਤੋਂ ਬਣਿਆ ਹੋਇਆ। ਅਸੀਂ ਮਿਹਨਤ ਕਰਕੇ ਮਤਲਬ ਕਿ ਇਹਦਾ ਹਿੱਸਾ ਬਣੇ ਆ। ਇੱਥੇ ਵੀ ਤਾਂ ਹੋਮਲੈਸ ਲੋਕ ਹੈਗੇ ਆ, ਗੋਰੇ, ਕੁਛ ਲੋਕ, ਸਭ ਤਰ੍ਹਾਂ ਦੇ ਗੋਰੇ ਨਹੀਂ, ਹਰ ਨੈਸ਼ਨਲਿਟੀ ਹਰ ਕਮਿਊਨਿਟੀ ਦੇ ਲੋਕ ਹੈ, ਕੁਛ ਹੈਗੇ 1%, ਪਰ ਕਿੰਨੇ ਸਾਰੇ ਹੈਗਾ ਮਿਹਨਤੀ ਲੋਕਾਂ ਨੇ। ਪਰ ਅਸੀਂ ਉੱਥੇ ਮਿਹਨਤ ਘੱਟ ਅਤੇ ਕਰਪਸ਼ਨ ਜ਼ਿਆਦਾ। ਕਾਸ਼ ਕਿ ਮੇਰੇ ਦੇਸ਼ ਵਿੱਚ ਵੀ ਹਰ ਜਵਾਨ ਨੂੰ ਉੱਥੇ ਕਿੰਨੀ ਡਿਗਰੀ ਲੈ ਲਈ ਅਤੇ ਜੋਬ ਦਾ ਕੋਈ ਹੈ ਹੀ ਨਹੀਂ, ਸਕੋਪ ਹੀ ਨਹੀਂ ਹੈ। ਜੋਬ ਕਿੱਥੇ ਮਿਲਣੀ ਹੈ? ਜੋਬ ਹੈ ਹੀ ਨਹੀਂ ਕੋਈ, ਜੋਬ ਕਰਨ ਲਈ ਕੁਛ ਨਹੀਂ ਹੈ। ਅਤੇ ਕੀ ਕਰਨ ਬੱਚੇ? ਕਰਪਸ਼ਨ। ਤੁਸੀਂ ਵਕੀਲ ਵੇਖ ਲਓ, ਮੈਂ ਤਾਂ ਆਪਣੇ ਅੱਖੀਂ ਵੇਖੇ ਤਹਿਸੀਲਦਾਰ, ਉਹ ਜਿਹੜੇ ਉੱਥੇ ਬੈਠੇ ਹੋਏ ਲੋਕ ਨੇ ਸਾਰੇ ਪੈਸੇ ਲੈਂਦੇ ਅਤੇ ਗਰੀਬਾਂ ਦਾ ਖੂਨ ਚੂਸੀ ਜਾਂਦੇ ਆ, ਗਰੀਬ ਨੂੰ ਹੋਰ ਗਰੀਬ ਕਰੀ ਜਾਂਦੇ ਆ। ਮੈਂ ਸਾਹਮਣੇ ਬੈਠੀ ਅਤੇ ਮੈਂ ਦੇਖ ਰਹੀ ਹਾਂ ਤਹਿਸੀਲਦਾਰ, ਉਹਨੂੰ ਕਹਿਣ ਡਿਆ ਕਿ ਉਹਨਾਂ ਚਿਰ ਉਹ ਗਰੀਬ ਜਿਹਾ ਬੰਦਾ ਚਾਦਰ ਬੰਨੀ ਦਾੜੀ ਵਾਲਾ, ਉਹ ਕੋਈ ਤਰਸ ਨਹੀਂ ਕਰਦੇ ਕਿ ਇਹ ਪੈਸਾ ਸਾਡੇ ਬੱਚੇ ਦੇ ਮੂੰਹ 'ਚ ਜਾਣਾ। ਅਸੀਂ ਵੀ ਤਾਂ ਇੱਥੇ ਇੰਨੇ ਕੰਮ ਕਰਕੇ ਉਹਨੇ ਕਿੰਨੀ ਮਿਹਨਤ ਕਰਦੇ, ਸਾਨੂੰ ਕੋਈ ਟਿਪ ਮਿਲਦਾ ਨਾ। ਉਹ ਹੀ ਜਿਹੜਾ ਵੀਕ ਦੇ ਜਾਂ 2 ਵੀਕ ਬਾਅਦ ਜਾਂ ਜਿਹੜੀ ਸੈਲਰੀ ਮਿਲਣੀ ਆ ਉਹ ਮਿਲਦੀ ਆ। ਸਿਰਫ ਕਿਹਦੀ ਮਿਲਦੀ ਆ ਉਹ ਸੈਲਰੀ? ਸਾਨੂੰ ਸਾਡਾ ਖੂਨ ਪਸੀਨਾ। ਜੇ ਮੈਂ ਹੁਣ ਖੜੀ ਹੋਈ ਹਾਂ, ਮੈਂ ਆਪਣਾ ਖੂਨ ਬਾਲਿਆ, ਮੈਂ ਆਪਣੀ ਮਿਹਨਤ ਕੀਤੀ, ਉਹਦਾ ਮਿਲਿਆ। ਕੋਈ ਟਿਪ ਨਹੀਂ ਮਿਲੀ, ਕੋਈ ਕਰਪਸ਼ਨ ਨਹੀਂ ਮਿਲੀ, ਕੋਈ ਉੱਥੋਂ ਪੈਸਾ ਨਹੀਂ ਆਇਆ ਮੇਰੇ ਘਰ ਵਿੱਚ। ਅਤੇ ਉੱਥੇ ਤਹਿਸੀਲਦਾਰ ਬੈਠਾ ਅਤੇ ਉਹ ਕਹਿੰਦਾ ਸਾਹਿਬ ਜੀ ਉਹਨੇ ਆ ਪੈਸੇ ਦਿੱਤੇ ਆ ਅਤੇ ਉਹਦਾ ਕੇਸ, ਮੈਂ ਕਿਹਾ ਆਲਮੋਸਟ ਸਮਝੋ ਕਿ ਕੇਸ ਜੋ ਵੀ ਹੈਗਾ ਸਭ ਕੁਛ ਖਤਮ ਸੀ, ਤਹਿਸੀਲਦਾਰ ਸੀ ਉਹ। ਅਤੇ ਉਹਨੇ ਕਿਹਾ ਕਿ ਤੁਸੀਂ ਉਹਨੂੰ ਉਹਨਾਂ 'ਚ ਛੱਡਣਾ ਨਹੀਂ ਜਿੰਨਾ ਚਿਰ ਮੈਂ ਕਹਾਂ। ਸੋ ਵੇਖ ਲਓ ਕਿ ਪੈਸੇ ਲੈਣ ਲਈ ਫਸਾਈ ਰੱਖੋ, ਫਿਰ ਤੁਸੀਂ ਉਹ ਪੈਸਾ ਘਰ ਲੈ ਕੇ ਜਾਂਦੇ ਆ। ਅਤੇ ਆਪਾਂ ਕਹਿੰਦੇ ਆ ਨਰਕ ਸਵਰਗ ਇੱਥੇ ਹੀ ਆ। ਆਪਾਂ ਕਹਿੰਦੇ ਆ ਕਿ ਜਿਵੇਂ ਜਾਤੀ ਹੋਈ ਆ
ਤੇ ਆਪਾਂ ਵੇਖਦੇ ਹਾਂ, ਚਾਹੁੰਦੇ ਉਹ ਪਿਕਚਰ ਕਿ ਇਸ ਇਨਸਾਨ, ਇਸ ਗਰੀਬ ਦੇ ਨਾਲ ਜਾਤੀ ਹੋਈ ਆ, ਤੇ ਜਿਹੜਾ ਜਾਤੀ ਕਰ ਰਿਹਾ ਉਹਨਾਂ ਵੀ ਜਾਤੀ ਹੁੰਦੀ ਆ। ਮੈਨੂੰ ਨਹੀਂ ਲੱਗਦਾ ਕਿ ਬੁਰੇ ਕਰਮਾਂ ਦੇ, ਬੁਰਾ ਕਰਨ ਵਾਲਿਆਂ ਨੂੰ ਬੁਰਾ ਕਰਮਾਂ ਦੇ ਫਲ ਮਿਲਦੇ ਆ। ਮੈਨੂੰ ਨਹੀਂ ਲੱਗਦਾ। ਰੋਜ਼ ਇੱਦਾਂ ਦਾ ਕਰਪਸ਼ਨ ਦੇ ਪੈਸੇ ਇਹ ਸਾਰੇ ਲੋਕ ਇਕੱਠੇ ਕਰਕੇ ਆਪਣੇ ਘਰਾਂ 'ਚ ਆਪਣੇ ਬੱਚਿਆਂ ਨੂੰ ਖਵਾਉਂਦੇ ਆ। ਉਹਨਾਂ ਨੂੰ ਪੇ ਵੀ ਮਿਲਣ ਡਈ ਗੌਰਮੈਂਟ ਦੀ, ਤੇ ਕਰਪਸ਼ਨ ਦਾ ਪੈਸਾ ਵੀ ਜਾਂਦਾ। ਤੇ ਜਿਹੜਾ ਦੂਜਾ ਗਰੀਬ ਆ, ਨਾ ਤੇ ਉਹਨੂੰ ਤਨਖਾਹ ਮਿਲ ਰਹੀ ਆ, ਕਿਵੇਂ ਵਿਚਾਰਾ ਦਿਹਾੜੀ ਕਰਕੇ ਜਾਂ ਜ਼ਮੀਨ ਦੇ ਟੁਕੜੇ ਦੇ ਉੱਤੇ ਕਿਵੇਂ ਕਰਕੇ। ਪਰ ਇਹ ਸਾਡਾ ਦੇਸ਼ ਵੀ ਸਾਡੇ ਕੋਈ ਮਿਹਨਤ ਕਰਾਉਂਦਾ ਤੇ ਪ੍ਰਫੁੱਲਤ ਹੁੰਦਾ। ਕਰਪਸ਼ਨ ਦੀ ਕਰਪਸ਼ਨ ਇੱਥੇ ਹੈਗੀ, ਪਰ ਕਿਤੇ ਵੱਡੇ ਦਾਇਰੇ 'ਤੇ ਹੋਗੀ। ਆਮ ਜਨਤਾ ਨੂੰ ਕੋਈ ਕਰਪਸ਼ਨ ਨਹੀਂ। ਆਮ ਜਨਤਾ ਨੇ ਪੁਲਿਸ ਨੂੰ ਕਾਲ ਕਰਨੀ ਹੈ, ਬਸ 911 ਕੋਈ ਨੰਬਰ ਡਾਇਲ ਕਰੋ, ਆਪੇ ਸੁਣ ਲੈਣਗੇ ਤੁਹਾਡੀ। ਕੋਈ ਉਹਨੇ ਪੈਸੇ ਨਹੀਂ ਲੈਣੇ ਆ ਕੇ, ਤੁਹਾਨੂੰ ਕੋਈ DMV 'ਚ ਕੰਮ ਪੈਸੇ ਨਹੀਂ ਲੈਣੇ, ਉਹਨਾਂ ਕੋਰਟ 'ਚ ਕੰਮ ਹੈ, ਕੋਈ ਪੈਸੇ ਨਹੀਂ ਲੈਣੇ। ਆਮ ਜਨਤਾ ਨੂੰ ਇਹ ਨਹੀਂ ਸਹਿਣ ਕਰਨਾ ਪੈਣਾ। ਆਮ ਜਨਤਾ ਰਾਜਿਆਂ ਦੀ ਤਰ੍ਹਾਂ ਹੀ ਰਹਿ ਰਹੀ ਹੈ ਤੇ ਉੱਥੇ। ਪਰ ਇਹ ਸਾਨੂੰ ਇਹੋ ਜਿਹੀਆਂ ਸਹੂਲਤਾਂ ਲੈਣ ਲਈ ਨਾ ਤੇ ਉਹ ਅੰਗੂਰ ਸੀ ਬੈਠਿਆਂ ਮਿਲਣੇ, ਮਿਹਨਤ ਕਰਕੇ ਹੀ ਸਾਰਾ ਕੁਛ ਸਾਨੂੰ ਮਿਲਦਾ, ਟੈਕਸ ਪੇ ਕਰਦੇ ਹਾਂ। ਪਰ ਉੱਥੇ ਇੱਕ ਨੂੰ ਤਨਖਾਹਾਂ ਮਿਲ ਰਹੀਆਂ ਨੇ ਤੇ ਉੱਪਰ ਕਰਪਸ਼ਨ ਤੇ ਕਰਪਸ਼ਨ। ਜੇ ਉਹ ਕਰਪਸ਼ਨਾਂ ਨਾ ਲੈਣ ਇਹੋ ਜਿਹੀਆਂ ਥੋੜ੍ਹੀਆਂ ਬਹੁਤੀਆਂ ਫੈਮਲੀਆਂ ਜਿਹੜੀਆਂ ਨੇ, ਤਾਂ ਉਹ ਗਰੀਬਾਂ ਦੇ ਮੂੰਹਾਂ ਵਿੱਚ ਵੀ ਰੋਟੀ ਜਾਵੇ। ਉਹ ਇੰਨਾ ਤੁਰਿਆ ਨਾ ਫਿਰੇ ਵਿਚਾਰਾ ਇਨਸਾਨ, ਰੁਲੇ ਨਾ ਇਨਸਾਨ। ਤੇ ਮੈਂ ਅੱਜ ਵੀ ਸੋਚਦੀ ਹਾਂ ਕਿ ਨਾ ਮੈਂ ਉਹ ਕਹਾਣੀ ਸੁਣੀ ਹੁੰਦੀ ਹੈ ਅੰਗੂਰ ਵਾਲੀ ਕਿ ਬਟਨ ਨੱਪੋਗੇ ਤੇ ਅੰਗੂਰ ਮੂੰਹ 'ਚ ਆਊਗਾ, ਨਾ ਮੈਂ ਉਹਦੇ ਕੋਲ ਬਹਿੰਦੀ ਉਸ ਸ਼ਾਮ ਨੂੰ, ਨਾ ਮੈਂ ਉਸ ਪਰਫਿਊਮ ਦੀ ਸਮੈਲ, ਉਸ ਪਰਫਿਊਮ ਦੀ ਫ੍ਰੈਗਰੈਂਸ ਮੇਰੇ ਨੱਕ ਤੱਕ ਜਾਂਦੀ, ਮੇਰੇ ਦਿਮਾਗ ਤੱਕ ਨਾ ਚੜ੍ਹਦੀ, ਨਾ ਮੈਂ ਆਪਣੀ ਦਾਦੀ ਨੂੰ ਕਹਿੰਦੀ ਕਿ ਮੈਨੂੰ ਕਿਸੇ ਬੁੱਢੇ ਨਾਲ ਵਿਆਹ ਦੇ। ਮੇਰਾ ਵਿਆਹ ਨਹੀਂ ਹੋਇਆ ਬੁੱਢੇ ਨਾਲ, ਪਰ ਮੈਂ ਗੱਲ ਕਰਦੀ ਕਿ ਮੈਂ ਆਪਣੀ ਦਾਦੀ ਨੂੰ ਕਿਹਾ ਇਹ ਗੱਲ ਹੀ ਕਿ ਮੈਂ ਉੱਥੇ ਜਾਣਾ ਚਾਹੁੰਦੀ ਹਾਂ ਕਿ ਦਾਦੀ ਤੂੰ ਭੇਜਦੀਆਂ ਆਪਣੀਆਂ ਪਾਂਜੀਆਂ ਪਨੇਵੀਆਂ ਤੇ ਮੈਨੂੰ ਵੀ ਤੋਰ। ਕਾਹਦੇ ਲਈ ਤੋਰ? ਅਮਰੀਕਾ 'ਚ ਉਹ ਅੰਗੂਰ ਮੂੰਹ 'ਚ ਪੈਣਗੇ, ਕੋਈ ਅੰਗੂਰ ਨਹੀਂ ਹੈਗੇ, ਆਪਣੀ ਮਿਹਨਤ ਆ। ਖੈਰ ਮੈਨੂੰ ਆਪਣੀ ਧਰਤੀ ਤੋਂ ਵਿਛੜਨਾ ਹੀ ਨਾ ਪੈਂਦਾ, ਕਿਸੇ ਨੂੰ ਵੀ ਨਾ ਵਿਛੜਨਾ ਪੈਂਦਾ। ਕਿੰਨਾ ਮਜ਼ਾ ਆਉਂਦਾ। ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਰਹਿੰਦੇ। ਕੋਈ ਸਬਜ਼ੀ ਵਾਲਾ ਹੋਕਾ ਲਾ ਕੇ ਲੰਘਦਾ, ਟੀਂਡੇ ਲੈ ਲਓ, ਹਦਵਾਣੇ ਲੈ ਲਓ, ਕੋਈ ਕੰਮ ਵਾਲੀ ਹੁੰਦੀ ਘਰ ਵਿੱਚ, ਤੁਸੀਂ ਉਹਨਾਂ ਗੱਪਸ਼ਪ ਮਾਰਦੇ। ਪਰ ਕਿੱਥੇ, ਇੱਥੇ ਹੀ ਅਸੀਂ ਡੱਬਿਆਂ 'ਚ ਬੰਦ ਹੋ ਜਾਣਾ। ਨਾ ਅੰਗੂਰ ਮੂੰਹ 'ਚ ਪਏ, ਪਰ ਡੱਬੇ ਜ਼ਰੂਰ ਮਿਲ ਜਾਣੇ ਆ। ਸਤਿ ਸ਼੍ਰੀ ਅਕਾਲ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਬਹੁਤ ਸੱਚੋ ਸੱਚ ਕਹਾਣੀਆਂ ਆਪਣੇ ਦਿਲ ਦੀਆਂ, ਦਿਮਾਗ ਦੀਆਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੀ। ਕੁਝ ਝੂਠ ਨਹੀਂ ਹੋਊਗਾ ਉਹਨਾਂ ਵਿੱਚ। ਤੇ ਮੇਰੇ ਚੈਨਲ ਨੂੰ ਪਹਿਲੇ ਨੰਬਰ ਦਾ ਚੈਨਲ YouTube ਦਾ ਬਣਾਓ। ਥੈਂਕ ਯੂ।